ਜੇ ਹੋਣ ਤੋਂ ਬਾਅਦ ਵੀ ਤੁਸੀਂ ਹੁਣ ਵੀ अगर ਤੁਹਾਨੂੰ ਕਿਹਾ ਜਾਵੇ कि ट्रैक्टर खिंच के दिखाओ या ਇੱਟਾਂ ਤੋੜ के दिखाओ कोई ताकत से कमी आ रही हो? हाँ जी बिल्कुल करांगे। आइए। अस्सलाम वालेकुम नाज़रीन, आप देख रहे हैं 44 टीवी। मैं आपका मेज़बान सरदार जवेद आशू डोगर। तो मैं इस वक्त मौजूद हूँ कंगनपुर में मौजूद हूँ और आपको एक ऐसी बाहिम्मत खतून दिखाने के लिए यहाँ पर पहुँचे हैं जो ट्रैक्टर को खींच लेती है, अपने बाजू पर 3-3 4-4 ईंटें तोड़ लेती है, बस को खींच लेती है, जो इस वक्त पूरे पाकिस्तान में बाहिम्मत खतून का यानी मीडिया की, इलेक्ट्रॉनिक मीडिया की, प्रिंट मीडिया की रौनक बनी हुई है। तो उनसे बात करते हैं कि अल्लाह ताला ने आपको इतनी बड़ी ताकत दी, जो काम मर्द नहीं कर सकता वो एक खतून कर रही है। तो बाकी मुकम्मल कहानी रमज़ाना बीबी के साथ जानते हैं। अस्सलाम वालेकुम। वालेकुम सलाम। आप ही की हाल ने? जी शुक्र अल्लाह पाक दा भाई। आप ही ਤੁਸੀਂ ਇਹ ਦੱਸੋ ਕਿ ਕਿਵੇਂ ਸ਼ੌਂਕ ਪੈਦਾ ਹੋਇਆ? मैं ਤੁਹਾਡੀਆਂ काफ़ी ज़्यादा वीडियो देखियाँ, माशाल्लाह ਤੁਸੀਂ ट्रैक्टर ਨੂੰ खींच लेते हैं, ईंटें तोड़ लेते हैं, उसके अलावा मैंने देखा कि बड़ी गाड़ी है उसको यानी कि आप खींच रहे हैं। कैसे शौक पैदा हो भाई? ये शौक मुझे पैदा होया कि मैं ना सियालकोट रहिंदी सां दी ते उत्थे भाई सीगा भाई सुनैन ते उहदे कोल सीटां कढदे हां पट्ठे ते उन्हें ना मोबाइल ते उन्हें कहा कि बैदुल्ला तुसीं ना टिकटॉक बनाया करो। टिकटॉक ते जेहड़ा है ना असीं वीडियो बनाउण लग पिया। एक दिन मैं ना बंदे नूं वेख्या वीडियो दे विच कि मोटरसाइकिल चुकदा पिया ते मेरे मियाँ ने कहा कि तू चुक लांगी। मैं हाँ जी मैं चुक लांगी। उन्हें जिहड़ी है ना गल माहौल च कीती ते मैं हकीकत च कीती। मैं चुक के एक बारी चुकी नहीं चुकी, दूसरी बारी चुकी नहीं, फिर भी चुकी जी, फिर भी डिग पई, तीसरी बारी मैं चुक दी ਤੇ ਉਹ ਹੈਰਾਨ ਰਹਿ ਗਿਆ ਕਿ ਇਹਨੇ ਮੋਟਰਸਾਈਕਲ ਚੁੱਕ ਦਿੱਤੀ ਹੈ। ਠੀਕ ਹੈ। ਮੋਟਰਸਾਈਕਲ ਦਾ ਇੰਨਾ ਵਜ਼ਨ ਹੈ ਜਦੋਂ ਯਾਨੀ ਕਿ ਤੁਸੀਂ ਚੁੱਕਿਆ ਤੇ ਕੋਈ ਖੌਫ ਨਹੀਂ ਆਇਆ ਕਿ ਮੇਰੇ ਉੱਤੇ ਡਿੱਗ ਪੈਗੀ? ਖੌਫ ਤਾਂ ਆਇਆ ਸੀ ਭਾਈ ਪਹਿਲੀ ਵਾਰੀ ਜਦੋਂ ਨਾ, ਫਿਰ ਅੱਲਾ ਮੀਆਂ ਨੇ ਹਿੰਮਤ ਦਿੱਤੀ ਹੈ ਕਿ ਮੈਂ ਕਿਹਾ ਕਿ ਮੈਂ ਚੁੱਕਾਂ ਹੁੰਦੀ ਨਾ ਤੇ ਜਿਹੜਾ ਨਾ ਅੱਲਾ ਮੀਆਂ ਹਿੰਮਤ ਦਿੰਦਾ ਪਿਆ ਤੇ ਮੈਂ ਕੋਸ਼ਿਸ਼ ਤਾਂ ਕਰਨੀ ਚਾਹੀਦੀ ਨਾ ਬੰਦੇ ਨੂੰ ਕਿ ਅੱਲਾ ਮੀਆਂ ਆਖੇ ਦੇਣ ਦੀ ਕੋਸ਼ਿਸ਼। ਅੱਛਾ ਤੁਸੀਂ ਇਹ ਦੱਸੋ ਕਿ ਇੱਕ ਟਰੈਕਟਰ ਹੈ ਉਹਨੂੰ ਸਟਾਰਟ ਕਰਨ ਵਾਸਤੇ, ਉਹਨੂੰ ਧੱਕਾ ਲਾਉਣ ਵਾਸਤੇ 10-10 ਮਰਦ ਧੱਕਾ ਲਾਉਂਦੇ ਨੇ ਤੇ ਫਿਰ ਅੱਗੇ ਰੇੜਦਾ ਵੀ, ਤੇ ਤੁਸੀਂ ਮਾਸ਼ਾਅੱਲਾ ਇੱਕ ਖਤੂਨ ਹੋ, ਇੱਕ ਔਰਤ ਹੋ, ਤੇ ਤੁਸੀਂ ਇਕੱਲੇ ਹੀ ਟਰੈਕਟਰ ਨੂੰ ਖਿੱਚ ਕੇ ਲੈ ਜਾਂਦੇ ਹੋ? ਹਾਂਜੀ ਬਿਲਕੁਲ ਇਕੱਲੇ ਖਿੱਚ ਕੇ ਜਾਂਦੇ ਆ, ਰੱਸਾ ਪਾ ਕੇ ਤੇ ਆਉਂਦੇ ਆ ਨਾ ਬਾਜ਼ੂਆਂ ਦੇ ਉੱਤੇ ਖਿੱਚ ਕੇ ਲੈ ਯਾਨੀ 375 ਟਰੈਕਟਰ ਮੈਂ ਖਿੱਚਿਆ ਹੋਇਆ। ਠੀਕ ਹੈ। ਉਸ ਤੋਂ ਇਲਾਵਾ ਜਿਹੜਾ ਇੱਟਾਂ ਦਾ ਸ਼ੌਂਕ ਕਿਵੇਂ ਪੈਦਾ ਹੋਇਆ ਕਿ ਮੈਂ ਬਾਜ਼ੂ ਤੇ ਰੱਖ ਕੇ ਇੱਟਾਂ ਜੋ ਤੋੜਨੀਆਂ ਨੇ? ਇਹ ਤਾਂ ਆਰਮੀ ਵਾਲਿਆਂ ਦਾ ਨਾ, ਮੈਂ ਬਾਜ਼ੂ ਦੇ ਉੱਤੇ ਇੱਟ ਰੱਖੀ ਤੇ ਉੱਤੋਂ ਇੱਟ ਮਾਰੀ ਤੇ ਉਹ ਇੱਟ ਟੁੱਟ ਗਈ। ਫਿਰ ਮੈਂ ਕਿਹਾ ਕਿ ਮੈਂ ਤੋੜਨੀ, ਫਿਰ ਮੈਂ 2 ਰੱਖ ਕੇ ਤੋੜੀਆਂ ਨੇ, ਤੋੜ ਕੇ 5-6 ਜਿਹੜੀਆਂ ਉਰਦੂ ਪੁਆਇੰਟ ਲਿਆਏ ਤੇ 5-6 ਹੀ ਲਗਾਤਾਰ ਮੈਂ ਇੱਟਾਂ ਤੋੜ ਦਿੱਤੀਆਂ। ਔਰਤਾਂ ਤਾਂ ਬਹੁਤ ਨਾਜ਼ੁਕ ਹੁੰਦੀਆਂ ਨੇ, ਬਹੁਤ ਨਰਮ ਜਿਸਮ ਹੁੰਦਾ है, लेकिन माशाल्लाह अल्लाह ताला ने आपको इतनी हिम्मत दी है कि आप ईंटें भी तोड़ सकती हैं। हाँ जी ईंटें भी तोड़ सकती हैं, फिर ट्रैक्टर खिंच सकनी हाँ, बस ਜਿਹੜੀ ਹੁੰਦੀ ਵੱਡੀ ਉਹ ਵੀ ਖਿੱਚ ਲੈਂਦੀ ਹਾਂ, ਪੂਰੇ ਜਿਹੜੇ ਨਹੀਂ ਸਿਰਮਟ ਵਾਲੇ ਵੱਡੇ ਹੁੰਦੇ ਉਹ ਵੀ ਮੈਂ ਚੁੱਕ ਲੈਂਦੀ ਹਾਂ ਆਪਣੇ ਮੋਢੇ ਦੇ ਉੱਤੇ। ਅੱਛਾ ਤੁਸੀਂ ਇਹ ਵੀ ਦੱਸੋ ਕਿ ਸ਼ਾਦੀ ਤੋਂ ਪਹਿਲਾਂ ਸ਼ੌਂਕ ਪੈਦਾ ਹੋਇਆ ਜਾਂ ਸ਼ਾਦੀ ਤੋਂ ਬਾਅਦ? ਸ਼ਾਦੀ ਤੋਂ ਪਹਿਲੇ ਵੀ ਭਾਈ ਮੈਨੂੰ ਸ਼ੌਂਕ ਬੜਾ ਸੀ ਕਿ ਕੰਮ ਮੈਂ ਬੰਦਿਆਂ ਵਾਲਾ ਹੀ ਕਰਦੀ ਸਾਂ ਦੀ, ਸ਼ਾਦੀ ਤੋਂ ਪਹਿਲੇ ਵੀ। ਠੀਕ ਹੈ। ਤੇ ਸ਼ਾਦੀ ਤੋਂ ਬਾਅਦ ਵੀ ਜਿਹੜਾ ਹੈ ਨਾ, ਸ਼ਾਦੀ ਤੋਂ ਪਹਿਲੇ ਵੀ ਮਾਪਿਆਂ ਘਰ ਵੀ ਗੁਰਬਤ ਰਹੀ, ਅੱਗੋਂ ਸਹੁਰਿਆਂ ਘਰ ਵੀ ਗੁਰਬਤ ਸੀ ਦੀ, ਤੇ ਇੰਨੀ ਹਿੰਮਤ ਨਹੀਂ ਹੈ ਸੀ ਕਿ ਜਿਹੜਾ ਨਾ ਮੈਂ ਕੁਛ ਕਰ ਸਕਾਂ ਕੰਮ। ਫਿਰ ਮੇਰੇ ਮੀਆਂ ਨੇ ਹੌਲੀ ਹੌਲੀ ਮੋਬਾਈਲ ਲਿਆ ਸੀ, ਹੌਲੀ ਹੌਲੀ ਜਿਹੜਾ ਨਾ ਸ਼ੌਂਕ ਪੈ ਗਿਆ ਉਹਨੂੰ ਕਿ ਵੀਡੀਓ ਬਣਾਉਣ ਦਾ, ਫਿਰ ਹੌਲੀ ਹੌਲੀ ਬਣਾਉਣ ਲੱਗ ਪਿਆ ਤੇ ਅੱਲਾ ਮੀਆਂ ਨੇ ਹਿੰਮਤ ਦਿੱਤੀ ਆ ਤੇ ਮੈਂ ਫਿਰ ਵੀਡੀਓ ਜਿਹੜਾ ਨਾ ਬਣਾਈ ਦੀ। ਹਾਂਜੀ। ਅੱਛਾ ਤੁਸੀਂ ਦੱਸੋ ਕਿ ਖਾਣ ਪੀਣ 'ਚ ਕੀ ਖੁਰਾਕ ਹੈ? ਕੋਈ ਅੱਛੀ ਖੁਰਾਕ? ਗਰੀਬੀ ਵੀ ਹੈ, ਕੰਮ ਵੀ ਬੰਦਿਆਂ ਵਾਲੇ ਨੇ, ਤਾਕਤ ਵਾਲੇ ਕੰਮ ਨੇ, ਤੇ ਲੇਕਿਨ ਖੁਰਾਕ 'ਚ ਕੀ ਇਸਤੇਮਾਲ ਕਰਦੇ ਹੋ? ਖੁਰਾਕ 'ਚ ਭਾਈ ਸ਼ੁਕਰ ਅੱਲਾ ਪਾਕ ਦਾ, ਅੱਲਾ ਮੀਆਂ ਜੇ ਸਾਲਣ ਨਾਲ ਹੈਗਾ, ਸਾਲਣ ਤਾਂ ਖਾ ਲਈ, ਨਹੀਂ ਹੈ ਸਾਲਣ ਤੇ ਮਿਰਚ ਨਾਲ ਖਾ ਲਈ, ਤੇ ਸ਼ੁਕਰ ਅੱਲਾ ਪਾਕ ਦਾ ਕੀਤਾ ਕਿ ਅੱਲਾ ਸੁਣਿਆ ਤੂੰ ਗੁਰਬਤ ਜਿਹੜੀ ਹੈ ਨਾ ਤੂੰ ਬਣਾਈ ਹੈ, ਗਰੀਬ ਵੀ ਤੇ ਅਮੀਰ ਵੀ ਤੂੰ ਬਣਾਏ ਨੇ। ਅਗਰ ਕਿਸੇ ਬੰਦੇ ਦੇ ਹੱਥ 'ਚ ਰੋਟੀ ਹੋਵੇ ਨਾ ਤੇ ਗਰੀਬ ਦੇ ਹੱਥੋਂ ਖੋਹ ਲਵੇ, ਕਿਸੇ ਨੂੰ ਖਾਣ ਨਾ ਦੇਵੇ ਰੋਟੀ। ਅੱਛਾ ਮੇਰੀ ਭੈਣ, ਹੁਣ ਤੁਹਾਡੇ ਕੋਲ ਕਿੰਨੇ ਬੱਚੇ ਨੇ? ਮੇਰੇ ਬੱਚੇ ਮਾਸ਼ਾਅੱਲਾ 5 ਮੇਰੀਆਂ ਬੇਟੀਆਂ ਨੇ, 2 ਮੇਰੇ ਬੇਟੇ ਨੇ, 7 ਮੇਰੇ ਬੱਚੇ ਨੇ ਇਸ ਟਾਈਮ ਮੇਰੇ ਕੋਲ। ਤੇ ਉਹ ਸਕੂਲ ਜਾ ਰਹੇ ਨੇ ਜਾਂ ਨਹੀਂ ਜਾ ਰਹੇ? ਨਹੀਂ ਕੋਈ ਸਕੂਲ ਨਹੀਂ। ਇੰਨਾ ਗੁਰਬਤ ਦੀ ਵਜ੍ਹਾ ਤੋਂ, ਟੈਲੈਂਟ ਇੰਨਾ ਹੋਣ ਦੇ ਬਾਵਜੂਦ ਵੀ ਕਿ ਗੁਰਬਤ ਹੈ, ਗੁਰਬਤ ਦੀ ਵਜ੍ਹਾ ਤੋਂ ਮੇਰੇ ਬੱਚੇ ਨਹੀਂ ਸਕੂਲ ਜਾ ਸਕਦੇ। ਵੱਡੀ ਮੇਰੀ ਬੇਟੀ 10 ਸਾਲ ਦੀ ਹੈ, ਛੋਟੀ ਮੇਰੀ ਬੇਟੀ 8 ਸਾਲ ਦੀ ਹੈ, ਛੋਟੇ ਛੋਟੇ ਸਾਰੇ ਬੱਚੇ। ਕੋਈ ਸਕੂਲ ਜਾਣ ਵਾਲੇ ਮੇਰੇ 5 ਮਾਸ਼ਾਅੱਲਾ ਬੱਚੇ ਨੇ ਤੇ ਕੋਈ ਵੀ ਨਹੀਂ ਬੱਚਾ ਮੇਰਾ ਸਕੂਲ ਜਾ ਸਕਦਾ। ਅੱਛਾ ਇੰਨੇ ਬੱਚੇ ਹੋਣ ਤੋਂ ਬਾਅਦ ਵੀ ਤੁਸੀਂ ਹੁਣ ਵੀ अगर ਤੁਹਾਨੂੰ ਕਿਹਾ ਜਾਵੇ ਕਿ ਟਰੈਕਟਰ ਖਿੱਚ ਕੇ ਦਿਖਾਓ ਜਾਂ ਇੱਟਾਂ ਤੋੜ ਕੇ ਦਿਖਾਓ, ਕੋਈ ਤਾਕਤ 'ਚ ਕਮੀ ਆ ਗਈ? हाँ जी बिल्कुल करांगे। आइए ਹੁਣ ਵੀ ਕਰੋਗੇ? थोड़े दिन हो गए 15 को दिन,
ਬਾਜੀ ਆਈ ਸੀ ਲੋਰੋਂ, ਉਹਨੇ ਕਿਹਾ ਮੈਂ ਉਹਦੇ ਕੋਲ ਸਾਹਮਣੇ ਮਜ਼ਦੂਰੀ ਕਰਦੀ ਪਈ ਸਾਂ ਮਿਸਤਰੀਆਂ ਮਗਰ, ਫਿਰ ਮੈਂ ਉਹਨੂੰ ਕੰਮ ਕਰਕੇ ਵਿਖਾਇਆ, ਮਿਸਤਰੀਆਂ ਦੀ ਮਜ਼ਦੂਰੀ ਵੀ ਕਰਦੀ ਪਈ ਸਾਂ ਦੀ, ਇੱਟਾਂ ਵੀ ਤੋਂ ਰੇਹੜੀ ਪਾਰ ਕੇ ਇੱਟਾਂ ਦੀ ਵੀ ਬਾਹਰ ਲਿਆ ਕੇ ਵਿਖਾਈ ਵੀ ਇਹ ਇੱਟਾਂ ਮੈਂ ਉਹਨੂੰ ਦੱਸਿਆ ਸੀ ਕਿ ਮੈਂ ਚੁੱਕ ਕੇ ਸਾਰੀਆਂ। ਇੰਨਾ ਮੁਸ਼ੱਕਤ ਦਾ ਕੰਮ ਕਰ ਦਿੰਦੇ। ਹਾਂਜੀ। ਤੁਹਾਡੇ ਦਿਲ 'ਚ ਕੀ ਖਵਾਇਸ਼ ਹੈਗੀ ਹੈ ਅਗਰ ਗਵਰਨਮੈਂਟ ਤੁਹਾਡੇ ਨਾਲ ਕੋਈ ਤਾਮਨ ਕਰਨਾ ਚਾਹਵੇ ਜਾਂ ਕੋਈ ਸਹਿਬੇ ਸਈਅਦ ਲੋਕ ਤੁਹਾਡੇ ਨਾਲ ਤਾਮਨ ਕਰਨਾ ਚਾਹਣ? ਮੈਂ ਵੇਖਿਆ ਤੁਹਾਡੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਯਾਨੀ ਕਿ ਪਰੇਸ਼ਾਨ ਕੁਨ ਨੇ, ਛੋਟੇ ਛੋਟੇ 7 ਬੱਚੇ ਨੇ ਤੇ ਤੁਹਾਡੇ ਮੀਆਂ ਯਾਨੀ ਕਿ 10-12 ਹਜ਼ਾਰ ਰੁਪਏ 'ਚ ਜੋਬ ਕਰਦੇ ਪਏ, ਤੁਸੀਂ ਪੱਠੇ ਤੇ ਇੱਟਾਂ ਬਣਾ ਦੇ ਪਏ। ਅਗਰ ਕੋਈ ਸਹਿਬੇ ਸਈਅਦ ਤੁਹਾਡੇ ਨਾਲ ਤਾਮਨ ਕਰਨਾ ਚਾਹਵੇ ਜਾਂ ਗਵਰਨਮੈਂਟ ਤੁਹਾਡੇ ਨਾਲ ਤਾਮਨ ਕਰਨਾ ਚਾਹਵੇ, ਤੁਹਾਡੀ ਕੀ ਦਿਲ ਦੀ ਖਵਾਇਸ਼ ਹੈਗੀ? ਮੇਰੇ ਦਿਲ ਦੀ ਖੁਆਇਸ਼ ਇਹ ਹੈਗੀ ਹੈ ਕਿ ਹਕੂਮਤ ਮੇਰੀ ਨਾ ਮਦਦ ਕਰੇ ਤੇ ਮੈਂ ਆਪਣੇ ਬੱਚੇ ਵੀ ਸਕੂਲੇ ਪਾਵਾਂ, ਆਪਣੇ ਬੱਚਿਆਂ ਨੂੰ ਵੀ ਤਾਲੀਮ ਦੇਵਾਂ। ਚਲੋ ਆਪਣੀ ਤਾਂ ਗੁਜ਼ਰ ਗਈ, ਜਿਹੋ ਹੀ ਵੀ ਗੁਜ਼ਰ ਗਈ, ਠੀਕ ਹੈ। ਤੇ ਅਗਰ ਹਕੂਮਤ ਮੇਰੀ ਸਪੋਰਟ ਕਰੇ ਨਾ ਤੇ ਆਪਣੇ ਪਾਕਿਸਤਾਨ ਦਾ ਨਾਮ ਰੋਸ਼ਨ ਕਰਨਾ ਚਾਹਨੀ ਹੈ ਤੇ ਅੱਗੇ ਜਾਣਾ ਚਾਹਨੀ ਹੈ ਤੇ ਆਪਣਾ ਵੱਡਾ ਕੰਮ ਕਰਾਂ। ਇਹੋ ਹੋਈ ਹੈ ਕਿ ਹੈਰਾਨ ਹੋਈ ਹੈ ਆਵਾਮ ਵੇ माशाल्लाह क्या काम करती थी ये कोई। जी नादरीन, ये थी रमज़ाना बीबी जिसका टिकटॉक पर भी अकाउंट है और यूट्यूब चैनल भी इन्होंने बनाया रमज़ाना बीबी के नाम पर। वहाँ पर ये जो अपना इनके पास स्टंट है, टैलेंट है, वो दिखाती हैं किस तरह ट्रैक्टर को खींचा जाता है, किस तरह मोटर बाइक को कंधे पर उठा लेती हैं और यानी कि 3-3 4-4 ईंटें अपने बाजू पर रखकर तोड़ देती हैं। बहुत ज़्यादा अल्लाह ताला ने इनको ताकत दी हुई है। जो मर्द काम नहीं कर सकते, ये वो बाहिम्मत हमारी बहन वो काम कर सकती है। मगर इसके दिल में हसरत है कि अगर गवर्नमेंट मुझे प्रमोट करे, मेरे साथ तामन करे तो मैं पाकिस्तान का नाम रोशन करना चाहती हूँ। कंगनपुर का, कसूर का नाम तो इन्होंने रोशन कर दिया, पंजाब का नाम तो रोशन कर दिया, मगर अभी इसके दिल में हसरत है कि मैंने पंजाब का नाम रोशन किया तो मैं पूरे पाकिस्तान का नाम रोशन करना चाहती हूँ, पूरी दुनिया को दिखाना चाहती हूँ। बहुत ज़्यादा ताकतवर भी है। अगर खतून को अगर बोला जाए तो वो घर के काम करती हैं, तो मगर ये ऐसी खतून हमारी बहना हमारे पास मौजूद है जो यानी कि मर्दों वाले काम भी कर लेती हैं। मगर अल्लाह ताला की एक ज़मैश है कि घर में गुर्बत है तो ये इनके पास इतने वसाइल नहीं कि अपने बच्चों को तलीम हासिल कर सकें। जी ਹੁਣ ਮੈਂ ਵੇਖੋ ਸੁਬਾਹ ਉੱਠ ਕੇ ਮਾਸ਼ਾਅੱਲਾ ਬੱਚਿਆਂ ਨੂੰ ਨਾਸ਼ਤਾ ਬਣਾ ਕੇ, ਨਮਾਜ਼ ਪੜ੍ਹ ਕੇ ਬੱਚਿਆਂ ਨੂੰ ਨਾਸ਼ਤਾ ਬਣਾ ਕੇ ਦਿੰਦੀ ਆ। ਆਪਣੇ ਮੀਆਂ ਨਾਲ ਵੀ ਕੰਮ ਥੋੜਾ ਬਹੁਤਾ ਕਰਾ ਕੇ ਉਸ ਤੋਂ ਬਾਅਦ ਜਾ ਕੇ ਮੈਂ ਪੱਠੇ ਤੇ ਮਿੱਟੀ ਵੱਢ ਕੇ ਤੇ ਟੋਕੀ ਟੂਕੀ ਲਾ ਕੇ ਤੇ 500-600 ਇੱਟ ਵੀ 400 ਮੈਂ ਪਾ ਕੇ ਆਣੀ ਆ। ਐਸਾ 12-1 ਵਜੇ ਮੈਂ ਆ ਜਾਂਦੀ, ਆਣ ਕੇ ਫਿਰ ਆਪਣੇ ਬੱਚਿਆਂ ਨੂੰ ਖਾਣਾ ਬਣਾ ਕੇ ਦਿੰਦੀ ਆ ਵੀ ਜਿੰਨੀ ਜੱਗੀ ਹੈਗੀ ਆ। ਆਪਣੇ ਬੱਚਿਆਂ ਨੂੰ ਖਾਣਾ ਬਣਾ ਕੇ ਦੇਣੀ, ਆਪਣੇ ਮੀਆਂ ਦੇ ਨਾਲ ਹੈਲਪ ਕਰਾਣੀ, ਉਹਦੇ ਨਾਲ ਗੋਹਾ ਸਟਾ, ਉਹਦੇ ਨਾਲ ਪੱਠੇ ਪਵਾ ਡੰਗਰਾਂ ਨੂੰ, ਉਹਦੇ ਨਾਲ ਸਾਰਾ ਕੰਮ ਕਰਾਣੀ ਆ। देख लें नादरीन, हमारी बहना घर के भी काम करती है, अपने मियाँ के साथ भी यानी कि उनके काम में तामन करती है, उनकी मदद करती है, साथ साथ भट्टे पर भी काम करती है। डेली की 600-700 ईंट भी यानी कि बनाती है, साथ में बच्चों की परवरिश भी करती हैं। तो अल्लाह हकाम से मैं भी अपील करना चाहूँगा कि खुदा के लिए जो ऐसे हीरे मौजूद हैं पाकिस्तान में, इनके साथ तामन करना चाहिए तो ताकि ये अपने आप को यानी कि प्रमोट कर सकें, जो इनके पास टैलेंट है दुनिया को दिखा सकें, पाकिस्तान का नाम रोशन कर सकें। और जो यानी कि जो देखने वाले 44 टीवी के देखने वाले नादरीन, उनसे रिक्वेस्ट करना चाहूँगा कि हमारी बहना रमज़ाना बीबी के चैनल को सब्सक्राइब करें और इनकी मुकम्मल वीडियो को वॉच करें ताकि इनके घर के हालात बेहतर हो सकें, अपने बच्चों को तलीम हासिल करवा सकें और अपने बच्चों का मुस्तकबिल बेहतर चाहती हैं। इनके दिल में भी हसरत है, जिस तरह अमीर लोगों के बच्चे पढ़ लिख कर बड़े अफीसर बन जाते हैं तो इसकी भी यानी कि ख्वाहिश है। मेरे 2 बेटे हैं और यानी कि 5 बेटियाँ, 7 बच्चे हैं तो उनको पढ़ाना चाहती हैं, मगर वसाइल नहीं, घर में गरीबी है, गुर्बत है, जिसकी वजह से उनको तलीम हासिल नहीं करवा सकते। तो खुदा के लिए इनके साथ तामन करें ताकि ये अपने बच्चों का मुस्तकबिल बेहतर कर सकें। तो इसी के साथ अपने मेज़बान सरदार जवेदा चडोगर को दीजिए इजाज़त। अल्लाह निगहबान।